ਯਹੋੰਨਾ ਦੀ ਰਾਹੀਂ ਅੰਜੀਲ ਉਹਦਾ 3 ਬਾਬ। ਤੇ ਫਰੀਸੀਆਂ ਵਿੱਚੋਂ ਇੱਕ ਬੰਦਾ ਨਿਕੋਦੀਮਸ ਕਰਕੇ ਯਹੂਦੀਆਂ ਦਾ ਇੱਕ ਸਰਦਾਰ ਸੀ। ਉਹ ਰਾਤ ਦੇ ਵੇਲੇ ਉਹਦੇ ਕੋਲ ਆਇਆ ਤੇ ਉਹਨੂੰ ਆਖਿਆ, ਐ ਰੱਬੀ, ਅਸੀਂ ਜਾਣਦੇ ਹਾਂ ਭਈ ਤੂੰ ਖੁਦਾ ਵੱਲੋਂ ਉਸਤਾਦ ਹੋ ਕੇ ਆਇਆ ਹੈ, ਕਿਉਂ ਜੋ ਇਹ ਕਰਮਾਤਾਂ ਜਿਹੜੀਆਂ ਤੂੰ ਕਰਨਾ ਹੈ ਕੋਈ ਨਹੀਂ ਕਰ ਸਕਦਾ ਜੇ ਖੁਦਾ ਉਹਦੇ ਨਾਲ ਨਾ ਹੋਵੇ। ਯਿਸੂ ਨੂੰ ਜਵਾਬ ਦਿੱਤਾ, ਮੈਂ ਤੈਨੂੰ ਸੱਚ-ਸੱਚ ਆਖਣਾ, ਕੋਈ ਬੰਦਾ ਜੇ ਨਵੇਂ ਸਿਰਿਓਂ ਨਾ ਜੰਮੇ ਉਹ ਖੁਦਾ ਦੀ ਬਾਦਸ਼ਾਹੀ ਨੂੰ ਵੇਖ ਨਹੀਂ ਸਕਦਾ। ਨਿਕੋਦੀਮਸ ਨੂੰ ਆਖਿਆ, ਬੰਦਾ ਜਦ ਬੁੱਢਾ ਹੋ ਗਿਆ ਤੇ ਉਹ ਕਿਵੇਂ ਜੰਮ ਸਕਦਾ ਹੈ? ਕੋਈ ਆਪਣੀ ਮਾਂ ਦੇ ਢਿੱਡ ਵਿੱਚ ਦੂਜੀ ਵਾਰ ਜਾ ਸਕਦਾ ਹੈ ਤੇ ਜੰਮ ਸਕਦਾ ਹੈ? ਯਿਸੂ ਜਵਾਬ ਦਿੱਤਾ, ਮੈਂ ਤੈਨੂੰ ਸੱਚ-ਸੱਚ ਆਖਣਾ, ਜੇ ਕੋਈ ਪਾਣੀ ਤੇ ਰੂਹ ਤੋਂ ਨਾ ਜੰਮੇ ਉਹ ਖੁਦਾ ਦੀ ਬਾਦਸ਼ਾਹੀ ਵਿੱਚ ਵੜ ਨਹੀਂ ਸਕਦਾ। ਜਿਹੜਾ ਜਿਸਮ ਤੋਂ ਜੰਮਿਆ ਉਹ ਜਿਸਮ ਹੈ ਤੇ ਜਿਹੜਾ ਰੂਹ ਤੋਂ ਜੰਮਿਆ ਉਹ ਰੂਹ ਹੈ। ਅਚੰਭੇ ਵਿੱਚ ਨਾ ਪਾਓ ਭਈ ਮੈਂ ਤੈਨੂੰ ਆਖਿਆ ਭਈ ਤੁਹਾਨੂੰ ਨਵੇਂ ਸਿਰਿਓਂ ਜੰਮਣਾ ਜ਼ਰੂਰ ਹੈ। ਵਾਹ, ਜਿੱਧਰੋਂ ਨੂੰ ਚਾਹੁੰਦੀ ਏ ਵਗਦੀ ਏ ਤੇ ਤੂੰ ਉਹਦੀ ਆਵਾਜ਼ ਸੁਣਨਾ ਹੈ ਪਰ ਨਹੀਂ ਜਾਣਦਾ ਭਈ ਉਹ ਕਿੱਥੋਂ ਆਉਂਦੀ ਹੈ ਤੇ ਕਿੱਧਰ ਨੂੰ ਜਾਂਦੀ ਹੈ। ਜਿਹੜਾ ਕੋਈ ਰੂਹ ਤੋਂ ਜੰਮਿਆ ਇਹੋ ਜਿਹਾ ਹੀ ਹੈ। ਨਿਕੋਦੀਮਸ ਨੂੰ ਆਖਿਆ, ਇਹ ਗੱਲਾਂ ਕਿਉਂ ਹੋ ਸਕਦੀਆਂ ਨੇ? ਯਿਸੂ ਨੂੰ ਜਵਾਬ ਦਿੱਤਾ, ਤੂੰ ਇਸਰਾਏਲੀਆਂ ਦਾ ਉਸਤਾਦ ਹੋ ਕੇ ਇਹ ਗੱਲਾਂ ਨਹੀਂ ਜਾਣਦਾ? ਮੈਂ ਤੈਨੂੰ ਸੱਚ-ਸੱਚ ਆਖਣਾ ਭਈ ਜੋ ਕੁਝ ਅਸੀਂ ਜਾਣਨੇ ਆ ਸੋ ਬੋਲਣੇ ਆ ਤੇ ਜਿਹਨੂੰ ਅਸਾਂ ਵੇਖਿਆ ਹੈ ਉਹਦੀ ਗਵਾਹੀ ਦਿੰਦੇ ਆ। ਤੁਸੀਂ ਸਾਡੀ ਗਵਾਹੀ ਕਬੂਲ ਨਹੀਂ ਕਰਦੇ ਹੋ। ਜਦੋਂ ਮੈਂ ਤੁਹਾਨੂੰ ਜ਼ਮੀਨ ਦੀਆਂ ਗੱਲਾਂ ਦੱਸਣਾ ਤੇ ਤੁਸੀਂ ਨਹੀਂ ਮੰਨਦੇ, ਤਦੋਂ ਤੁਸੀਂ ਕਿਵੇਂ ਮੰਨੋਗੇ ਜੇ ਮੈਂ ਅਸਮਾਨ ਦੀਆਂ ਗੱਲਾਂ ਤੁਹਾਨੂੰ ਦੱਸਾਂ? ਤੇ ਅਸਮਾਨ ਉੱਤੇ ਕੋਈ ਨਹੀਂ ਚੜ੍ਹਿਆ ਉਹਦੇ ਸਿਵਾ ਜਿਹੜਾ ਅਸਮਾਨੋਂ ਲੱਥਾ ਹੈ, ਯਾਨੀ ਇਬਨ ਆਦਮ ਜਿਹੜਾ ਅਸਮਾਨ ਦੇ ਵਿੱਚ ਹੈ। ਤੇ ਜਿਵੇਂ ਮੂਸਾ ਨੇ ਸਭ ਨੂੰ ਬਿਆਬਾਨ ਵਿੱਚ ਉੱਚਾ ਕੀਤਾ, ਉਸੇ ਤਰ੍ਹਾਂ ਜ਼ਰੂਰ ਹੈ ਭਈ ਇਬਨ ਆਦਮ ਵੀ ਉੱਚਾ ਕੀਤਾ ਜਾਏ, ਤਾਂ ਜੋ ਜਿਹੜਾ ਕੋਈ ਈਮਾਨ ਲਿਆਵੇ ਉਹਨੂੰ ਉਹਦੇ ਵਿੱਚ ਸਦਾ ਦੀ ਜ਼ਿੰਦਗੀ ਮਿਲੇ। ਕਿਉਂ ਜੋ ਖੁਦਾ ਦੁਨੀਆ ਨੂੰ ਅਜਿਹਾ ਪਿਆਰ ਕੀਤਾ ਭਈ ਉਸ ਆਪਣਾ ਇਕਲੌਤਾ ਪੁੱਤਰ ਬਖਸ਼ਿਆ, ਤਾਂ ਜੋ ਜਿਹੜਾ ਉਹਦੇ ਉੱਤੇ ਈਮਾਨ ਲਿਆਵੇ ਉਹ ਹਲਾਕ ਨਾ ਹੋਵੇ, ਸਗੋਂ ਉਹਨੂੰ ਸਦਾ ਦੀ ਜ਼ਿੰਦਗੀ ਮਿਲੇ। ਕਿਉਂ ਜੋ ਖੁਦਾ ਆਪਣੇ ਪੁੱਤਰ ਨੂੰ ਦੁਨੀਆ ਵਿੱਚ ਇਸ ਲਈ ਨਹੀਂ ਘੱਲਿਆ ਭਈ ਦੁਨੀਆ ਦੀ ਅਦਾਲਤ ਕਰੇ, ਸਗੋਂ ਇਸ ਲਈ ਭਈ ਦੁਨੀਆ ਉਹਦੇ ਸਬਬੋਂ ਬਚ ਜਾਏ। ਜਿਹੜਾ ਉਹਦੇ ਉੱਤੇ ਈਮਾਨ ਲਿਆਂਦਾ ਹੈ ਅਦਾਲਤ ਵਿੱਚ ਨਹੀਂ ਆਉਂਦਾ, ਜਿਹੜਾ ਈਮਾਨ ਨਹੀਂ ਲਿਆਉਂਦਾ ਅਦਾਲਤ ਵਿੱਚ ਹੁਣੇ ਹੀ ਆ ਗਿਆ। ਕਿਉਂ ਜੋ ਖੁਦਾ ਦੇ ਇਕਲੌਤੇ ਪੁੱਤਰ ਦੇ ਨਾਂ ਉੱਤੇ ਉਹ ਈਮਾਨ ਨਹੀਂ ਲਿਆਇਆ ਹੈ। ਤੇ ਅਦਾਲਤ ਇਹੀ ਹੈ ਭਈ ਚਾਨਣ ਦੁਨੀਆ ਵਿੱਚ ਆਇਆ ਤੇ ਬੰਦਿਆਂ ਹਨੇਰੇ ਨੂੰ ਚਾਨਣ ਨਾਲੋਂ ਵੱਧ ਪਿਆਰ ਕੀਤਾ, ਇਸ ਕਰਕੇ ਭਈ ਉਹਨਾਂ ਦੇ ਕੰਮ ਭੈੜੇ ਸਨ। ਕਿਉਂ ਜੋ ਜਿਹੜਾ ਕੋਈ ਬੁਰਾਈ ਕਰਦਾ ਹੈ ਚਾਨਣ ਨਾਲ ਵੈਰ ਰੱਖਦਾ ਹੈ ਤੇ ਚਾਨਣ ਕੋਲ ਨਹੀਂ ਆਉਂਦਾ, ਕਿਤੇ ਐਵੇਂ ਨਾ ਹੋਵੇ ਭਈ ਉਹਦਿਆਂ ਕੰਮਾਂ ਦੀ ਮੁਲਾਮਤ ਕੀਤੀ ਜਾਏ। ਪਰ ਉਹ ਜਿਹੜਾ ਹੱਕ ਕਰਦਾ ਹੈ ਚਾਨਣ ਦੇ ਕੋਲ ਇਸ ਲਈ ਆਉਂਦਾ ਹੈ ਭਈ ਉਹਦੇ ਕੰਮ ਜ਼ਾਹਿਰ ਹੋਣ, ਭਈ ਖੁਦਾ ਵਿੱਚ ਕੀਤੇ ਗਏ ਨੇ। ਇਹਦੋਂ ਪਿੱਛੇ ਯਿਸੂ ਤੇ ਉਹਦੇ ਸ਼ਾਗਿਰਦ ਯਹੂਦੀਆ ਦੇ ਦੇਸ਼ ਵਿੱਚ ਆਏ ਤੇ ਉਹਨਾਂ ਦੇ ਨਾਲ ਉੱਥੇ ਰਿਹਾ ਤੇ ਬਪਤਿਸਮਾ ਦਿੰਦਾ ਸੀ। ਤੇ ਯੂਹੰਨਾ ਵੀ ਸ਼ਾਲੀਮ ਦੇ ਨੇੜੇ ਅਨੂਨ ਵਿੱਚ ਬਪਤਿਸਮਾ ਦਿੰਦਾ ਸੀ, ਇਸ ਲਈ ਭਈ ਉਸ ਥਾਂ ਬਹੁਤ ਪਾਣੀ ਸੀ ਤੇ ਲੋਕ ਆਉਂਦੇ ਤੇ ਬਪਤਿਸਮਾ ਲੈਂਦੇ ਸਨ। ਕਿਉਂ ਜੋ ਯੂਹੰਨਾ ਅਜੇ ਤੀਕਰ ਕੈਦਖਾਨੇ ਵਿੱਚ ਨਹੀਂ ਸੀ ਪਾਇਆ ਗਿਆ। ਤਦ ਯੂਹੰਨਾ ਦੇ ਸ਼ਾਗਿਰਦਾਂ ਕਿਸੇ ਯਹੂਦੀ ਨਾਲ ਨਹਾਉਣ ਧੋਣ ਉੱਤੇ ਬਹਿਸ ਹੋਈ ਤੇ ਉਹ ਯੂਹੰਨਾ ਕੋਲ ਆਏ ਤੇ ਉਹਨੂੰ ਆਖਣ ਲੱਗੇ, ਐ ਉਸਤਾਦ, ਉਹ ਜਿਹੜਾ ਯਰਦਨੋਂ ਪਾਰ ਤੇਰੇ ਨਾਲ ਸੀ, ਜਿਹਦੀ ਤੂੰ ਗਵਾਹੀ ਦਿੱਤੀ ਹੈ, ਵੇਖ ਉਹ ਬਪਤਿਸਮਾ ਦਿੰਦਾ ਹੈ
ਤੇ ਸਾਰੇ ਉਹਦੇ ਕੋਲ ਆਉਂਦੇ ਨੇ। ਯੂਹੰਨਾ ਆਖਿਆ, ਬੰਦਾ ਕੁਝ ਨਹੀਂ ਕਰ ਸਕਦਾ ਜਿੰਨਾ ਚਿਰ ਉਹਨੂੰ ਆਸਮਾਨੋਂ ਦਿੱਤਾ ਨਾ ਜਾਵੇ। ਤੁਸੀਂ ਆਪ ਹੀ ਮੇਰੀ ਗਵਾਹੀ ਦਿੰਦੇ ਹੋ ਭਈ ਮੈਂ ਆਖਿਆ ਸੀ ਭਈ ਮੈਂ ਮਸੀਹ ਨਹੀਂ ਹਾਂ, ਪਰ ਉਹਦੇ ਅੱਗੇ ਘੱਲਿਆ ਹੋਇਆ। ਜਿਹਦੇ ਕੋਲ ਵਹੁਟੀ ਏ ਉਹ ਲਾੜਾ ਹੁੰਦਾ ਹੈ, ਪਰ ਲਾੜੇ ਦਾ ਯਾਰ ਜਿਹੜਾ ਖਲੋ ਕੇ ਉਹਦੀ ਗੱਲ ਸੁਣਦਾ ਹੈ, ਲਾੜੇ ਦੀ ਆਵਾਜ਼ ਨਾਲ ਖੁਸ਼ ਹੁੰਦਾ ਹੈ। ਸੋ ਮੇਰੀ ਇਹ ਖੁਸ਼ੀ ਪੂਰੀ ਹੋਈ ਹੈ। ਜ਼ਰੂਰ ਹੈ ਭਈ ਉਹ ਵਧੇ ਤੇ ਮੈਂ ਘਟਾਂ। ਉਹ ਜਿਹੜਾ ਉੱਤੋਂ ਆਉਂਦਾ ਏ ਸਾਰਿਆਂ ਤੋਂ ਉੱਤੇ ਉਹ, ਜਿਹੜਾ ਜ਼ਮੀਨੋਂ ਏ ਜ਼ਮੀਨ ਹੀ ਦਾ ਏ ਤੇ ਜ਼ਮੀਨ ਦੀ ਗੱਲ ਕਰਦਾ ਏ। ਉਹ ਜਿਹੜਾ ਆਸਮਾਨੋਂ ਆਉਂਦਾ ਏ ਸਾਰਿਆਂ ਤੋਂ ਉੱਤੇ ਹੈ, ਤਾਂ ਜੋ ਕੁਝ ਉਸ ਵੇਖਿਆ ਤੇ ਸੁਣਿਆ ਉਹਦੀ ਗਵਾਹੀ ਦਿੰਦਾ ਹੈ। ਤਦ ਉਹਦੀ ਗਵਾਹੀ ਕੋਈ ਨਹੀਂ ਮੰਨਦਾ। ਜਿਸ ਉਹਦੀ ਗਵਾਹੀ ਮੰਨੀ, ਇਹ ਉਹਨੇ ਉਸ ਗੱਲ ਉੱਤੇ ਮੋਹਰ ਕੀਤੀ ਹੈ ਭਈ ਖੁਦਾ ਸੱਚਾ ਹੈ। ਕਿਉਂ ਜੋ ਜਿਹਨੂੰ ਖੁਦਾ ਘੱਲਿਆ ਖੁਦਾ ਦੀਆਂ ਗੱਲਾਂ ਕਰਦਾ ਹੈ, ਇਸ ਲਈ ਭਈ ਉਹ ਰੂਹ ਮਿਣ ਕੇ ਨਹੀਂ ਦਿੰਦਾ। ਬਾਪ ਪੁੱਤਰ ਨੂੰ ਪਿਆਰ ਕਰਦਾ ਹੈ ਤੇ ਉਸ ਸਾਰੀਆਂ ਛਾਵਾਂ ਉਹਦੇ ਹੱਥ ਵਿੱਚ ਕਰ ਦਿੱਤੀਆਂ ਨੇ। ਜਿਹੜਾ ਪੁੱਤਰ 'ਤੇ ਈਮਾਨ ਲਿਆਉਂਦਾ ਹੈ ਸਦਾ ਦੀ ਜ਼ਿੰਦਗੀ ਉਹਦੀ ਹੈ, ਪਰ ਜਿਹੜਾ ਪੁੱਤਰ ਨੂੰ ਨਹੀਂ ਮੰਨਦਾ ਉਹ ਤੇ ਜ਼ਿੰਦਗੀ ਨਹੀਂ ਵੇਖੇਗਾ, ਸਗੋਂ ਖੁਦਾ ਦਾ ਕਹਿਰ ਉਹਦੇ ਉੱਤੇ ਰਹਿੰਦਾ ਹੈ। ਆਮੀਨ।